Okay, good morning once again, all the students. Yesterday we made discussion on kata wavelength. Okay, and we have evaluated this expression for guide wavelength, right? In terms of free space wavelength and kata wavelength. Fine. Then we also discussed three possibilities when free space wavelength is much less than cutoff wavelength, then if it is approaching towards or if it is greater than. Here in third case it becomes imaginary. So no propagation of the wave, right? Now today we will discuss phase velocity in terms of other cutoff wavelength and other expressions. We will discuss mathematically, right? And what is phase velocity? An electromagnetic wave has two velocities, in fact. Okay? One with which it propagates and other with which it changes phase. ठीक है ना? ਇੱਕ velocity ਉਹ EM wave ਦੀ ਜਿਹਦੇ ਨਾਲ ਉਹ propagate ਕਰਦੇ, ਦੂਜੀ ਉਹ ਜਿੰਨਾ ਉਹਦਾ phase change ਹੁੰਦਾ। Free space ਦੇ ਵਿੱਚ naturally ਦੋਨੋਂ same ਹੈ। ਅਸੀਂ ਇਹਨੂੰ velocity of light ਕਹਿੰਦੇ ਆ, ਕਈ ਵਾਰੀ C ਜਾਂ VC ਨਾਲ represent ਕਰ ਦਿੰਦੇ ਆ। ਔਰ ਇਹ product of distance between two successive crest ਹੈ, ਜਿਹਨੂੰ ਅਸੀਂ ਲੈਮਡਾ ਵੇਵਲੈਂਥ ਕਹਿੰਦੇ ਆ। ਤੇ ਉਹ ਜੇ 19 ਕਰਸ ਪਰ ਸੈਕਿੰਡ ਉਹਨੂੰ ਫ੍ਰੀਕੁਐਂਸੀ ਕਹਿੰਦੇ ਆ। तो लैम्डा ਦੀ ਫ੍ਰੀਕੁਐਂਸੀ ਦਾ ਪ੍ਰੋਡਕਟ ਜਿਹੜਾ ਵੈਲੋਸਿਟੀ ਆਫ ਲਾਈਟ ਦੇ ਬਰਾਬਰ ਬਣ ਜਾਂਦਾ। ਇਹ ਫ੍ਰੀ ਸਪੇਸ ਦੀ ਗੱਲ ਕੀਤੀ, ਠੀਕ ਹੈ। ਤੋ ਅਸੀਂ ਲਾਸਟ ਆਰਟੀਕਲ ਵਿੱਚ ਇਹ ਵੀ ਦੇਖਿਆ ਕਿ ਜਿਹੜਾ ਸਿਗਨਲ ਪ੍ਰੋਪਗੇਟ ਕਰਦਾ ਵੇਵਗਾਈਡ ਦੇ ਵਿੱਚ ਹੀ, ਠੀਕ ਹੈ, ਓਨਲੀ ਜਦੋਂ ਗਾਈਡ ਵੇਵਲੈਂਥ ਇਜ਼ ਗ੍ਰੇਟਰ ਦੈਨ ਫ੍ਰੀ ਸਪੇਸ ਵੇਵਲੈਂਥ। ਪਤਾ ਲੱਗ ਗਿਆ? ਮਤਲਬ ਗਾਈਡ ਵੇਵਲੈਂਥ ਫ੍ਰੀ ਸਪੇਸ ਵੇਵਲੈਂਥ ਨਾਲੋਂ ਵੱਧ ਹੋਣੀ ਚਾਹੀਦੀ, ਤਾਂ ਹੀ ਸਿਗਨਲ ਨੇ ਪ੍ਰੋਪਗੇਟ ਕਰਨਾ, ਠੀਕ। ਫਿਰ ਅਸੀਂ ਉਸੇ ਐਕਸਪ੍ਰੈਸ਼ਨ ਦੇ ਵਿੱਚ ਆ ਲੈਮਡਾ ਦੀ ਜਗ੍ਹਾ ਲੈਮਡਾ ਜੀ ਲਿਖਤਾ, ਠੀਕ ਹੈ। ਐਸੇ ਵੈਲੋਸਿਟੀ ਦੀ ਜਗ੍ਹਾ ਫੇਸ ਆ ਸੀਗੀ ਵੈਲੋਸਿਟੀ ਆਫ ਲਾਈਟ, ਦੀ ਜਗ੍ਹਾ ਫੇਸ ਵੈਲੋਸਿਟੀ ਲਿਖਤਾ, ਠੀਕ ਹੈ। ਸੋ ਫੇਸ ਵੈਲੋਸਿਟੀ ਇਜ਼ ਨਥਿੰਗ ਲੈਮਡਾ ਜੀ ਇਨਟੂ ਐਫ। ਪਰ ਜਿਹੜੀ ਸਪੀਡ ਆਫ ਲਾਈਟ ਹੈ ਉਹ ਆਪਾਂ ਕਹਿ ਹੀ ਦਿੱਤਾ ਫ੍ਰੀ ਸਪੇਸ ਵੇਵਲੈਂਥ ਤੇ ਫ੍ਰੀਕੁਐਂਸੀ ਦਾ ਪ੍ਰੋਡਕਟ ਹੈ, ਠੀਕ ਹੈ। ਇੱਥੋਂ ਫਿਰ ਕੰਡੀਸ਼ਨ ਕੀ ਹੈ ਪ੍ਰੋਪਗੇਸ਼ਨ ਦੀ, ਵੀ ਗਾਈਡ ਵੇਵਲੈਂਥ ਸ਼ੁੱਡ ਬੀ ਗ੍ਰੇਟਰ ਦੈਨ ਫ੍ਰੀ ਸਪੇਸ ਵੇਵਲੈਂਥ, ਤਾਂ ਹੀ ਸਿਗਨਲ ਨੇ ਪ੍ਰੋਪਗੇਟ ਕਰਨਾ। ਤੋ ਇੱਥੋਂ ਇਹ ਲੱਗਦਾ ਕਿ ਜੇ ਗਾਈਡ ਵੇਵਲੈਂਥ ਫ੍ਰੀ ਸਪੇਸ ਵੇਵਲੈਂਥ ਨਾਲੋਂ ਜ਼ਿਆਦਾ, ਇਟ ਮੀਨਸ ਫੇਸ ਵੈਲੋਸਿਟੀ ਆ ਵੈਲੋਸਿਟੀ ਆਫ ਲਾਈਟ ਨਾਲੋਂ ਜ਼ਿਆਦਾ ਹੈ ਨਾ। ਪਰ ਇਹ ਸਾਡੀ ਸਟੇਟਮੈਂਟ ਜਿਹੜੀ ਕੰਟਰਾਡਿਕਟ ਹੋ ਗਈ, ਕਿਉਂਕਿ ਕੋਈ ਵੀ ਸਿਗਨਲ ਜਿਹੜਾ ਆ ਉਹ ਵੈਲੋਸਿਟੀ ਆਫ ਲਾਈਟ ਤੋਂ ਫਾਸਟਰ ਟਰੈਵਲ ਨਹੀਂ ਕਰ ਸਕਦਾ। ਸਮਝ ਆ ਗਈ? ਫਿਰ ਉਹ ਕਨਸੈਪਟ ਹੈ ਕਿ however wavelength in waveguide ਜਿਹੜਾ ਲੈਮਡਾ ਜੀ ਆ, that is the length of one cycle, and VP ਜਿਹੜੀ ਆ ਉਹ velocity of phase ਹੈ, because no intelligence or modulation travels at this velocity, ठीक है। intelligence means information, ਜਾਂ modulation means modulated signal ਇਸ velocity ਤੇ travel ਨਹੀਂ ਕਰ ਸਕਦਾ। so this is just a phase velocity at which it changes phase, clear? ਮਤਲਬ ਇੱਕ ਫੇਸ ਵੈਲੋਸਿਟੀ ਹੈ। ਤੁਸੀਂ ਕਈ ਵਾਰੀ ਇੱਦਾਂ ਦਾ ਐਕਸਪੀਰੀਅੰਸ ਕੀਤਾ ਹੋਵੇਗਾ, ਕਦੀ ਕਿਸੇ ਨਹਿਰ 'ਤੇ ਜਾ ਕੇ ਜਾਂ ਕਿਸੇ ਛੱਪੜ 'ਤੇ ਜਾਂ ਕਿਸੇ ਦਰਿਆ ਦੇ ਵਿੱਚ ਕਦੀ ਇੱਦਾਂ ਦਾ ਐਕਸਪੀਰੀਅੰਸ ਕੀਤਾ ਹੋਊਗਾ ਵੀ ਤੁਸੀਂ ਦੂਰ ਖੜੇ ਆ ਅਤੇ ਤੁਸੀਂ ਇੱਕ ਉਹਦੇ ਵਿੱਚ ਛੋਟਾ ਜਿਹਾ ਪੱਥਰ ਮਾਰ ਦਿੱਤਾ। ਸੁਣ ਰਹੇ ਬੱਚਿਓ? ਹਾਂਜੀ ਸਰ। ਹਾਂ ਬਾਕੀ ਹਾਂਜੀ ਸਰ। ਹੈ ਨਾ, ਜਦੋਂ ਤੁਸੀਂ ਪੱਥਰ ਮਾਰਦੇ ਆ, ਜਿਸ ਜਗ੍ਹਾ ਪੱਥਰ ਮਾਰਿਆ ਪਾਣੀ ਦੇ ਵਿੱਚ, ਕੀ ਤੁਸੀਂ ਇਫੈਕਟ ਉੱਥੇ ਮਹਿਸੂਸ ਕਰਦੇ ਆ? ਤੁਸੀਂ ਉਹਦੇ ਕਿਨਾਰੇ ਤੇ ਖੜੇ ਆ, ਤੁਸੀਂ ਥੋੜੀ ਜਿਹੀ ਦੂਰ ਜਾ ਕੇ 20-25 ਫੁੱਟ ਮਤਲਬ ਜਾ ਕੇ ਤੁਸੀਂ ਇੱਕ ਪੱਥਰ ਮਾਰਤਾ ਤੇ ਛੋਟਾ, ਉੱਥੋਂ ਫਿਰ ਕੀ ਐਕਸਪੀਰੀਅੰਸ ਕਰਦੇ ਤੁਸੀਂ? ਕੋਈ ਸ਼ੇਅਰ ਕਰ ਸਕਦਾ ਮੇਰੇ ਨਾਲ ਇਹ ਚੀਜ਼? ਸਿਰਫ ਪਾਣੀ ਵੇਵਸ ਵਿੱਚ ਫੈਲਦਾ ਹੈ। ਅੱਛਾ, ਉੱਥੇ ਵੀ ਉਹ ਵੀ ਇਹ ਉਹੀ ਕਨਸੈਪਟ ਹੈ, ਦੋ ਵੈਲੋਸਿਟੀਜ਼ ਉੱਤੇ ਨਿਕਲਦੀਆਂ, ਇੱਕ ਤਾਂ ਫੇਸ ਵੈਲੋਸਿਟੀ, ਦੂਜੀ ਜਿਹੜੀ ਉਹ ਵੈਲੋਸਿਟੀ ਜਿਹਦੇ ਨਾਲ ਪਾਣੀ ਦੀਆਂ ਵੇਵਸ ਨੇ ਪ੍ਰੋਪਗੇਟ ਕਰਨਾ, ਠੀਕ ਹੈ। ਤੇ ਜਿਹਦੇ ਨਾਲ ਫੇਸ ਚੇਂਜ ਹੁੰਦਾ ਉਹ ਫੇਸ ਵੈਲੋਸਿਟੀ ਆ। ਸਾਨੂੰ ਕਿਨਾਰੇ ਤੇ ਖੜਿਆ ਕਈ ਵਾਰੀ ਉਹਦੀਆਂ ਲਹਿਰਾਂ ਜੀਆਂ ਚੱਲਦੀਆਂ ਸਮੁੰਦਰ ਵੱਲ ਕਿਨਾਰੇ ਤੇ ਆਉਂਦੀਆਂ, ਠੀਕ ਹੈ ਨੇ, ਉਹ ਅਸਲ 'ਚ ਫੇਸ ਵੈਲੋਸਿਟੀ ਹੈ। ਇੱਦਾਂ ਲੱਗਦਾ ਵੀ ਇਹ ਫਾਸਟ ਹੈ। ਜਿਹੜਾ ਅੰਦਰ ਪਾਣੀ ਦਾ ਅਸਲ 'ਚ ਬਹਾਵ ਹੈ ਉਹ ਉਹਦੀ ਵੈਲੋਸਿਟੀ ਪ੍ਰੋਪਗੇਸ਼ਨ ਵੈਲੋਸਿਟੀ ਹੈ, ਜਾਂ ਅਸੀਂ ਜਿਹਦੇ ਨਾਲ ਉਹ ਪ੍ਰੋਪਗੇਟ ਕਰਦਾ। ਕਲੀਅਰ? ਹਾਂਜੀ ਸਰ।
तो हाँ ਹਾਂਜੀ ਸਰ in fact it is defined as the rate at which wave changes its phase in terms of the guide wavelength। तो ਉਹੀ ਗੱਲ ਹੋ ਗਈ, ਅਸਲ 'ਚ ਇਹ ਇੱਕ ਰੇਟ ਨੂੰ ਡਿਫਾਈਨ ਕਰਦਾ ਜਿਹਦੇ ਵਿੱਚ ਜਿਹੜੀ ਵੇਵ ਆਪਣਾ ਫੇਸ ਚੇਂਜ ਕਰਦੀ ਆ ਕਿਸ ਟਰਮਸ ਦੇ ਵਿੱਚ, ਗਾਈਡ ਵੇਵਲੈਂਥ, ਇਨ ਟਰਮਸ ਆਫ ਗਾਈਡ ਵੇਵਲੈਂਥ। ਮੈਥਮੈਟੀਕਲੀ ਅਸੀਂ 3.838 ਨੂੰ ਕਿੱਦਾਂ ਲਿਖਦੇ ਹਾਂ, ਮਤਲਬ ਜਦੋਂ ਅਸੀਂ ਇਸ ਤਰੀਕੇ ਨਾਲ ਫੇਸ ਵੈਲੋਸਿਟੀ ਜਿਹੜੀ ਆ ਅਸਲ 'ਚ ਕੀ ਆ, ਉਹ ਤਾਂ ਉਹਦਾ ਲੈਮਡਾ ਜੀ ਇਨਟੂ ਫਰੀਕੁਐਂਸੀ ਆ ਨਾ ਉੱਪਰ ਦੇ ਹਿਸਾਬ ਨਾਲ, ਤੇ ਫਰੀਕੁਐਂਸੀ ਜਿਹੜੀ ਆ ਉਹ 1/ਟਾਈਮ ਹੈ, ਅਸੀਂ ਆ 1/ਟਾਈਮ ਉਹਨੂੰ ਇੱਦਾਂ ਰੱਖ ਲਿਆ। ਇਹਦਾ ਮਤਲਬ ਲੈਮਡਾ ਯੂਨਿਟ ਟਾਈਮ ਦੀ ਗੱਲ ਕਰਨਾ ਵੀ ਯੂਨਿਟ ਟਾਈਮ ਹੈ, ਠੀਕ ਹੈ। ਆਪਾਂ ਕੀ ਕਰਦੇ ਹਾਂ, ਜਿਹੜੀ ਇਹਦੀ ਰਾਈਟ ਹੈਂਡ ਸਾਈਡ ਹੈ ਇਹਨੂੰ 2π ਨਾਲ ਮਲਟੀਪਲਾਈ ਕਰ ਲੈਂਦੇ, ਮਲਟੀਪਲਾਈ ਐਂਡ ਡਿਵਾਈਡ, ਉਹ ਵੀ ਇਕੱਲਾ ਹੀ ਮਲਟੀਪਲਾਈ ਥੋੜੀ ਕਰਨਾ, ਜੇ ਆਪਾਂ ਇਕੱਲਾ ਹੀ ਫਿਰ ਤਾਂ ਉਹ ਐਕਸਪ੍ਰੈਸ਼ਨ ਹੋਰ ਹੋ ਜਾਣਾ, ਜੇ ਮਲਟੀਪਲਾਈ ਤੇ ਡਿਵਾਈਡ ਕਰਾਂਗੇ ਇਟ ਮੀਨਸ ਉਹ ਮਤਲਬ ਉਹਦੇ ਨਾਲ ਸਾਡਾ ਕੀ ਰਿਲੇਸ਼ਨ ਨਿਕਲਦਾ। ਹੁਣ ਆ ਜਿਹੜੀ ਐਫ ਆ 2π ਨਾਲ ਲੱਗ ਗਈ, ਆ ਲੈਮਡਾ ਜੀ ਬਟੇ 2π ਇਹਨੇ ਸੈਪਰੇਟ ਕਰ ਲਿਆ, ਜਿਹੜਾ 2π ਐਫ ਬਣਿਆ ਇਹ ਬਣ ਗਿਆ ਅਮੇਗਾ, ਅਮੇਗਾ ਪਤਾ ਲੱਗ ਗਿਆ, ਠੀਕ ਹੈ। ਥੱਲੇ ਉਹਨੇ ਕੀ ਕੀਤਾ, ਲੈਮਡਾ ਹਾਂਜੀ ਜੀ ਹਾਂਜੀ ਇਹਦੇ ਨੀਚੇ ਲੈ ਆਂਦਾ ਉਦਾਂ ਮੈਥਮੈਟੀਕਲੀ, तो ਅੱਜ ਇਹਦੇ ਨੀਚੇ ਆ ਜਾਂਦਾ 2π ਬਟੇ ਜਿਹੜੀ ਲੈਮਡਾ ਜੀ ਆ ਇਹ ਬੀਟਾ ਬਣ ਗਿਆ, ਸਮਝ ਆ ਗਈ। ਸ਼ੁਰੂ ਚ ਆਪਾਂ ਪੜਿਆ ਸੀਗਾ ਇਹ ਕੀ ਬਣ ਗਿਆ ਬੀਟਾ, ਕਿਉਂਕਿ ਐਨੀ ਵੇਵਲੈਂਥ ਵਿੱਚ ਐਨਾ ਫੇਸ ਸ਼ਿਫਟ ਹੈ, 2π ਫੇਸ ਸ਼ਿਫਟ ਆਪਾਂ ਜਦੋਂ ਵੇਵਸ ਨੂੰ ਪ੍ਰੋਪੇਗੇਟ ਆ ਬੀਟਾ ਬਣ ਗਿਆ, ਠੀਕ ਹੈ। ਸੋ ਇਹਦਾ ਮਤਲਬ ਜੇ ਥੱਲੇ ਵਾਲੀ ਟਰਮ ਬੀਟਾ ਬਣ ਗਈ ਉੱਪਰ ਵਾਲੀ ਓਮੇਗਾ ਬਣ ਗਈ, ਇਹਦਾ ਮਤਲਬ ਫੇਸ ਵੈਲੋਸਿਟੀ ਓਮੇਗਾ ਬਟੇ ਬੀਟਾ। ਇਹ ਚੀਜ਼ ਤੁਸੀਂ NFTL ਦੇ ਵਿੱਚ ਟਰਾਂਸਮਿਸ਼ਨ ਲਾਈਨ 'ਚ ਵੀ ਪੜ੍ਹੀ ਹੋਊਗੀ ਹਾਈ ਫ੍ਰੀਕੁਐਂਸੀ ਤੇ, ਠੀਕ ਹੈ ਨਹੀਂ, ਪਰ ਜੇ ਯਾਦ ਹੈ ਤਾਂ ਤੁਹਾਨੂੰ। ਸੋ ਇਸ ਕਰਕੇ ਫੇਸ ਵੈਲੋਸਿਟੀ ਜਿਹੜੀ ਆ ਇਹ ਓਮੇਗਾ ਬਟੇ ਬੀਟਾ ਅਸੀਂ ਇੱਥੋਂ ਕੈਲਕੂਲੇਟ ਕਰ ਲਈ। ਇਹ ਤਾਂ ਸੀਗੀ ਇਨ ਟਰਮਸ ਆਫ ਐਂਗੂਲਰ ਫ੍ਰੀਕੁਐਂਸੀ ਤੇ ਫੇਸ ਵੈਲੋਸਿਟੀ, ਇਹ ਮਤਲਬ ਪ੍ਰੋਪਰ ਬੀਟਾ ਜਿਹੜਾ ਆ ਉਹ ਫੇਸ ਸ਼ਿਫਟ ਹੈ। ਪਰ ਜੇ ਫੇਸ ਵੈਲੋਸਿਟੀ ਨੂੰ ਇਨ ਟਰਮਸ ਆਫ ਕੱਟ ਆਫ ਫ੍ਰੀਕੁਐਂਸੀ ਤੇ ਕੱਟ ਆਫ ਵੇਵਲੈਂਥ ਕੱਢਣਾ, ਫਿਰ ਕਿੱਦਾਂ ਕਰਨਾ ਇਹਨੂੰ ਆਪਾਂ ਆਹ ਐਕਸਪ੍ਰੈਸ਼ਨ ਸੋਲਵ ਕੀਤਾ ਸੀ ਪਹਿਲਾਂ, ਜਦੋਂ ਇੱਥੇ ਸੀਗਾ ਲਿਖਿਆ ਨਾ ਗਾਮਾ ਸਕੁਆਇਰ ਇਜ਼ ਇਕੁਅਲ ਟੂ, ਆ ਪਹਿਲਾ ਐਕਸਪ੍ਰੈਸ਼ਨ ਪਿੱਛੇ ਸੋਲਵ ਕੀਤੇ ਸੀ ਨਾ, ਹਾਂਜੀ ਸਰ ਹਾਂ ਹਾਂਜੀ ਸਰ ਉਹ ਮੈਕਸਵੈਲ ਇਕੁਏਸ਼ਨ ਦੇ ਵਿੱਚ ਮੈਂ ਤੁਹਾਨੂੰ ਫੇਰ ਦਿਖਾ ਦੇਣਾ, ਦੇਖੋ ਯੈਸ ਅਗਰ ਇਹ ਅਵੇਲੇਬਲ ਹੈ ਤਾਂ ਹੋਏਗਾ ਜ਼ਰੂਰ, ਨਹੀਂ ਇਹਦੇ ਨਹੀਂ, ਉਹ ਪਿਛਲੇ ਲੈਕਚਰ ਵਿੱਚ ਸੀਗਾ, ਠੀਕ ਹੈ, ਉਹ ਪਿਛਲੇ ਲੈਕਚਰ ਵਿੱਚ ਸੀਗਾ। ਚਲੋ ਐਨੀਵੇ ਤੁਸੀਂ ਇਹ ਐਕਸਪ੍ਰੈਸ਼ਨ ਨੂੰ ਯਾਦ ਰੱਖਿਓ, ਠੀਕ ਹੈ। ਹੁਣ ਇੱਥੋਂ ਆਪਾਂ ਜਿਹੜੀ ਫੇਸ ਵੈਲੋਸਿਟੀ ਹੈ ਇਨ ਟਰਮਸ ਆਫ ਕੱਟ ਆਫ ਤੇ ਗਰੁੱਪ ਵੈਲੋਸਿਟੀ ਦੇ ਵਿੱਚ ਕੱਢਣੀ ਹੈ, ਕੱਟ ਆਫ, ਠੀਕ ਹੈ, ਕੱਟ ਆਫ ਕਰਨੀ ਸਾਰੀ ਕੱਟ ਆਫ ਫ੍ਰੀਕੁਐਂਸੀ ਐਂਡ ਵੇਵਲੈਂਥ, ਆ ਦੇਖੋ ਕੱਟ ਆਫ ਫ੍ਰੀਕੁਐਂਸੀ ਐਂਡ ਵੇਵਲੈਂਥ, ਫਿਰ ਫੇਸ ਵੈਲੋਸਿਟੀ ਨੂੰ ਅਸੀਂ ਕੱਟ ਆਫ ਫ੍ਰੀਕੁਐਂਸੀ ਦੀ ਟਰਮਸ ਦੇ ਵਿੱਚ ਤੇ ਕੱਟ ਆਫ ਵੇਵਲੈਂਥ ਦੀ ਟਰਮਸ ਦੇ ਵਿੱਚ ਇਵੈਲੂਏਟ ਲੱਗੇਗਾ ਨਾ ਮੈਥਮੈਟੀਕਲੀ। ਆਹ ਐਕਸਪ੍ਰੈਸ਼ਨ ਅਸੀਂ ਪਹਿਲਾਂ ਸੋਲਵ ਕੀਤਾ ਸੀ, ਗਾਮਾ ਸਕੁਆਇਰ ਇਜ਼ ਇਕੁਅਲ ਟੂ m π ਬਟੇ a ਦਾ ਹੋਲ ਸਕੁਆਇਰ ਪਲੱਸ n π ਬਟੇ b ਦਾ ਹੋਲ ਸਕੁਆਇਰ ਮਾਈਨਸ ਓਮੇਗਾ ਸਕੁਆਇਰ ਮਿਊ ਇਨਟੂ ਐਪਸੀਲਨ, ਇਹ ਐਕਸਪ੍ਰੈਸ਼ਨ ਆਪਾਂ ਪਹਿਲਾਂ ਕੀਤਾ ਸੀ। ਜਦ ਕਿ ਸਾਨੂੰ ਇੰਨਾ ਵੀ ਪਤਾ ਵੀ ਜਿਹੜਾ ਗਾਮਾ ਆ ਉਹ ਅਲਫਾ ਪਲੱਸ ਜੇ ਬੀਟਾ ਵੀ ਹੁੰਦਾ, ਠੀਕ ਹੈ। ਪ੍ਰੋਪੀਗੇਸ਼ਨ ਵਾਸਤੇ ਕਿਉਂਕਿ ਜੇ ਸਿਗਨਲ ਨੂੰ ਪ੍ਰੋਪੀਗੇਟ ਕਰਾਉਣਾ ਤੇ ਅਟੈਨੂਏਸ਼ਨ 0 ਹੋਣੀ ਚਾਹੀਦੀ ਹੈ, ਠੀਕ ਨਹੀਂ, ਆਬਵੀਅਸਲੀ ਸਿਗਨਲ ਤਦੇ ਪ੍ਰੋਪੀਗੇਟ ਕਰੇਗਾ ਜੇ ਅਲਫਾ 0 ਨਹੀਂ ਹੈ, ਇਹਦਾ ਮਤਲਬ ਲਾਸ ਹੋ ਜਾਏਗਾ, ਫਿਰ ਸਿਗਨਲ ਪ੍ਰੋਪੀਗੇਟ ਨਹੀਂ ਕਰਨਾ। ਸੋ ਇਟ ਮੀਨਸ ਗਾਮਾ ਇੱਥੇ ਇਮੇਜਿਨਰੀ ਪਾਰਟ ਹੀ ਰਹਿ ਗਿਆ, ਕਿਉਂਕਿ ਫੇਸ ਸ਼ਿਫਟ ਦਾ ਮਤਲਬ ਹੈ ਜਦੋਂ ਸਿਗਨਲ ਪ੍ਰੋਪੀਗੇਟ ਕਰੇਗਾ ਉਹਦੇ ਇਲੈਕਟ੍ਰਿਕ ਤੇ ਮੈਗਨੈਟਿਕ ਫੀਲਡ ਦੇ ਵਿੱਚ ਫੇਸ ਸ਼ਿਫਟ ਆਉਣ ਦੀ ਸੰਭਾਵਨਾ, ਇਹ ਕਦੋਂ ਹੋਏਗਾ, ਜਦੋਂ ਉਹਨੇ ਪ੍ਰੋਪੀਗੇਟ ਕਰਨਾ, ਠੀਕ ਹੈ। ਤੋ ਅਦਰਵਾਈਜ਼ ਗਾਮਾ ਸਾਨੂੰ ਪਤਾ ਅਲਫਾ ਪਲੱਸ ਜੇ ਬੀਟਾ ਹੁੰਦਾ, ਜੇ ਆਪਾਂ ਇਹਦਾ ਸਕੇਅਰ ਕਰਦੇ ਹਾਂ ਤਾਂ ਅਲਫਾ ਪਲੱਸ ਜੇ ਬੀਟਾ ਦਾ ਹੋਲ ਸਕੇਅਰ ਹੋ ਗਿਆ, ਉੱਪਰ ਵੀ ਗਾਮਾ ਸਕੇਅਰ ਹੋਇਆ ਇਹਦੇ ਬਰਾਬਰ ਹੈ। ਸੋ ਆਹ ਚੀਜ਼ ਨੂੰ, ਆਹ ਗਾਮਾ ਨੂੰ ਇਹਦਾ ਜਦੋਂ ਸਕੇਅਰ ਕੀਤਾ ਤੇ ਉੱਪਰ ਵੀ ਗਾਮਾ ਦਾ ਸਕੇਅਰ ਹੈ, ਸੋ ਗਾਮਾ ਸਕੇਅਰ ਦਾ ਆਹ ਐਕਸਪ੍ਰੈਸ਼ਨ ਥੱਲੇ ਗਾਮਾ ਸਕੇਅਰ ਦਾ ਇਹ ਐਕਸਪ੍ਰੈਸ਼ਨ, ਇਹਨੂੰ ਆਪਾਂ ਬਰਾਬਰ ਰੱਖ ਲਿਆ, ਠੀਕ ਹੈ। ਹੈਲੋ ਹੈਲੋ ਹਾਂਜੀ ਸਰ ਹਾਂ ਹਾਂਜੀ ਹਾਂਜੀ ਸਰ। ਹੁਣ ਸਾਨੂੰ ਪਤਾ ਕਿ ਜੇ ਪ੍ਰੋਪੀਗੇਸ਼ਨ ਕਰਾਉਣੀ ਹੈ ਤੇ ਅਟੈਨੂਏਸ਼ਨ ਕੀ ਹੋਣੀ ਚਾਹੀਦੀ, 0, ਅਲਫਾ ਇੱਥੇ 0 ਪੁੱਟ ਕਰਤਾ, ਠੀਕ ਹੈ। ਬਾਕੀ ਐਕਸਪ੍ਰੈਸ਼ਨ ਤੇ ਆ ਜੇ ਬੀਟਾ ਦਾ ਹੋਲ ਸਕੁਆਇਰ ਆ ਗਿਆ। ਹੁਣ ਜੇ ਦਾ ਸਕੁਆਇਰ ਉਹ -1 ਹੁੰਦਾ, ਇਮੇਜਿਨਰੀ ਨੰਬਰ ਹੁੰਦਾ ਨਾ ਗਾਮਾ ਸਕੁਆਇਰ, ਤੋ ਆ ਦੇਖੋ ਇਹਦੇ ਬਰਾਬਰ ਰੱਖ ਲਿਆ। ਕੱਟ ਆਫ ਤੇ ਜਿਹੜੀ
ਅਸੀਂ f ਨੂੰ fc ਲਿਖਦੇ ਹਾਂ ਜਾਂ ਓਮੇਗਾ ਨੂੰ ਓਮੇਗਾ c ਲਿਖਦੇ ਹਾਂ। ਕਿਆ ਕੱਟ ਆਫ ਦੀ ਪ੍ਰੋਪਗੇਸ਼ਨ ਹੁੰਦੀ ਆ? ਨੋ, ਜਸਟ ਬਿਯੋਂਡ ਕੱਟ ਆਫ ਹੁੰਦੀ ਹੈ। ਐਗਜ਼ੈਕਟਲੀ ਐਟ ਕੱਟ ਆਫ ਤੇ ਪ੍ਰੋਪਗੇਸ਼ਨ ਸਿਗਨਲ ਜਿਹੜਾ ਉਹ ਨਹੀਂ ਹੁੰਦਾ, ਉਹਦੀ ਸਿਗਨਲ ਦੀ ਪ੍ਰੋਪਗੇਸ਼ਨ ਨਹੀਂ ਹੁੰਦੀ। ਇਸ ਕਰਕੇ ਗਾਮਾ ਨੂੰ ਅਸੀਂ 0 ਮੰਨ ਲੈਂਦੇ ਉਸ ਲਈ। ਠੀਕ ਹੈ, ਗਾਮਾ ਪ੍ਰੋਪਗੇਸ਼ਨ ਕਨਸਟੈਂਟ ਹੈ। ਜਦੋਂ ਅਸੀਂ 0 ਉੱਪਰ ਪੁੱਟ ਕੀਤਾ ਉਸ ਐਕਸਪ੍ਰੈਸ਼ਨ ਦੇ ਵਿੱਚ, ਠੀਕ ਹੈ, ਇੱਥੇ ਗਾਮਾ ਦੀ ਵੈਲਿਊ 0 ਪੁੱਟ ਕਰ ਦਿਓ, ਰਾਈਟ, ਪੁੱਟ ਕੀਤਾ। ਫਿਰ ਆ ਜਿਹੜੀ ਮਾਈਨਸ ਟਰਮ ਹੈ ਇਧਰਲੇ ਪਾਸੇ ਆ ਕੇ ਪੋਜ਼ਿਟਿਵ ਹੋ ਗਈ, ਆ ਐਕਸਪ੍ਰੈਸ਼ਨ ਇੱਧਰ ਰਹਿ ਗਿਆ। ਠੀਕ ਹੈ, ਹੁਣ ਕੀ ਕਰਦੇ ਹਾਂ ਅਸੀਂ, ਜਿਹੜਾ ਸਾਨੂੰ ਇਹ ਵੀ ਪਤਾ ਵੀ ਗਾਮਾ ਸਕੁਆਇਰ ਜੇ ਬੀਟਾ ਦਾ ਸਕੁਆਇਰ ਹੈ, ਔਰ ਠੀਕ ਹੈ ਨਾ, ਤੇ ਗਾਮਾ ਸਕੁਆਇਰ ਦਾ ਜਿਹੜਾ ਐਕਸਪ੍ਰੈਸ਼ਨ ਹੈ, ਹੈਲੋ, ਹਾਂਜੀ ਸਰ। ਹਾਂ, ਉੱਪਰੋਂ ਆਪਾਂ ਸੋਲਵ ਕੀਤਾ, ਇੱਥੋਂ ਦੇਖੋ, ਯੈਸ, ਆ ਜਿਹੜਾ ਗਾਮਾ ਸਕੁਆਇਰ ਜੇ ਬੀਟਾ ਦਾ ਸਕੁਆਇਰ ਹੈ, ਤੇ ਜੇ ਓਕੇ ਕੱਟ ਆਫ ਵੇਵ ਲੈਂਥ ਤੇ ਆਪਾਂ ਇਹਦੀ ਗਾਮਾ ਦੀ ਵੈਲਿਊ ਇੱਥੇ 0 ਰੱਖਤੀ ਹੈ ਨਾ, ਆ ਐਕਸਪ੍ਰੈਸ਼ਨ ਆ ਗਿਆ, ਇਹਦਾ ਵੈਲਿਊ ਅਸੀਂ ਕੱਢ ਲਈ। ਹੁਣ ਇਹ ਆ ਐਕਸਪ੍ਰੈਸ਼ਨ ਇਹਦੇ ਬਰਾਬਰ ਹੈ, ਠੀਕ ਹੈ, ਇਹ ਐਕਸਪ੍ਰੈਸ਼ਨ ਇਹਦੇ ਬਰਾਬਰ ਹੈ। ਆ ਜਿਹੜੀ ਚੀਜ਼ ਆ ਸੀ ਉਹ ਤੁਸੀਂ ਆ ਇੱਥੇ ਨੋਟ ਕਰ ਰਹੇ ਜਿੱਥੇ ਮੈਂ ਸਰਕਲ ਲਗਾਇਆ, ਹੈਲੋ, ਹਾਂ ਸਰ। ਹਾਂ ਦੇਖੋ, ਆ ਜਿਹੜੇ ਸਰਕਲ ਦੇ ਵਿੱਚ ਇਨਸਰਕਲਡ ਕੀਤੀ ਚੀਜ਼ m ਪਾਈ ਬਟੇ a ਦਾ ਹੋਲ ਸਕੁਆਇਰ ਪਲੱਸ n ਪਾਈ ਬਟੇ b ਦਾ ਹੋਲ ਸਕੁਆਇਰ, ਇਹਦੀ ਵੈਲਿਊ ਇੱਥੇ ਥੱਲੇ ਕਿੰਨੀ ਕੱਢੀ, ਆ ਓਮੇਗਾ c ਦਾ ਸਕੁਆਇਰ ਮਿਊ ਐਪਸੀਲਨ, ਇਹਨੂੰ ਇੱਥੇ ਪੁੱਟ ਕਰ ਦਿਓ, ਪਤਾ ਲੱਗ ਗਿਆ। ਹਾਂਜੀ ਸਰ। ਇਹਦਾ ਗਾਮਾ ਸਕੁਆਇਰ ਦਾ ਐਕਸਪ੍ਰੈਸ਼ਨ ਆ ਗਿਆ, ਹਾਂਜੀ ਠੀਕ ਹੈ। ਇਧਰੋਂ j ਦਾ ਸਕੁਆਇਰ ਉਹ -1 ਹੁੰਦਾ, ਪਤਾ ਹੀ ਆ, j ਸਕੁਆਇਰ ਇਜ਼ ਇਕੁਅਲ ਟੂ -1, तो माइनस बीटा का होल स्क्वायर हो गया, आ एक्सप्रेशन आ गया। जी मैं कला बीटा फिर मल्टीप्लाई बोथ साइड बाय माइनस, एन जो माइनस ना मल्टीप्लाई करूंगा ये प्लस हो जाएगा, आ पहली टर्म माइनस हो जाएगी, दूसरी टर्म प्लस हो जाएगी, जी प्लस वाली टर्म है वो अगे रख ली तो माइनस वाली पिछे। क्लीयर? हाँ जी सर। हाँ क्लीयर हो गया, कुछ भी नहीं ये। ਹੁਣ ਇੱਥੇ ਬੀਟਾ ਜਿਹੜਾ ਉਹ ਫੇਸ ਕਾਂਸਟੈਂਟ ਆ, ਇੱਥੇ ਫਿਰ ਬੀਟਾ ਕੱਲਾ ਕਰਨਾ ਤੇ ਆ ਇਹਦਾ ਸਕੁਆਇਰ ਹੈ, ਇਹਦਾ ਹੋਲ ਅੰਡਰ ਰੂਟ ਲੈ ਲਿਆ। ਐਨੀ ਟਰਮ ਦੇ ਵਿੱਚੋਂ ਮਿਊ ਐਪਸੀਲਨ ਇੱਧਰ ਵੀ ਇਹਨੂੰ ਕਾਮਨ ਕੱਢ ਲਿਆ, ਅੰਦਰੋਂ ਅੰਦਰ ਹੀ ਕੱਢ ਲਿਆ, ਤੇ ਹੁਣ ਆ ਇਹਦਾ ਵੀ ਅੰਡਰ ਰੂਟ ਆ ਤੇ ਫਿਰ ਉਹਦਾ ਵੀ ਅੰਡਰ ਰੂਟ ਆ। ਕਲੀਅਰ? ਬੀਟਾ ਜਾਨੀ ਐਕਸਪ੍ਰੈਸ਼ਨ ਆ ਬਣ ਗਈ। ਠੀਕ ਆ ਬੱਚੋ? ਹਾਂਜੀ ਸਰ। ਪਰ ਬੀਟਾ, ਹਾਂ ਬੀਟਾ ਆਪਾਂ ਇੱਥੇ ਤਾਂ ਇਹ ਕੱਢ ਲਿਆ ਜਿਹੜਾ 3.43 ਆ, ਅਦਰਵਾਈਜ਼ ਆਪਾਂ ਫੇਸ ਵੈਲੋਸਿਟੀ ਕੱਢੀ ਸੀ ਓਮੇਗਾ ਬਟੇ ਬੀਟਾ, ਕੱਢੀ ਸੀ ਨਾ ਹੁਣੇ ਹੀ ਕੀਤਾ ਸੀ ਨਾ ਐਕਸਪ੍ਰੈਸ਼ਨ, ਹੈਲੋ। ਹਾਂਜੀ ਹਾਂਜੀ ਸਰ। ਹਾਂ, तो फिर फेस वेलोसिटी ਵਿੱਚ ਓਮੇਗਾ ਦਾ ਇੰਨੇ ਰਹੇਗਾ, ਜਿਹੜੀ ਆ ਬੀਟਾ ਹੈ ਉਹ ਆ ਉੱਪਰ ਵਾਲੀ ਟਰਮ ਇੱਥੇ ਪੁੱਟ ਕਰ ਦਿਓ, ਕਰਤੀ, ਠੀਕ ਹੈ। ਹੁਣ ਕੀ ਕਰਨਾ, ਜਿਹੜੀ ਆ ਦੇਖੋ 1 ਬਟੇ ਮਿਊ ਐਪਸੀਲਨ ਦਾ ਹੋਲ ਅੰਡਰ ਰੂਟ, ਇਹ ਇਦਾਂ ਓਮੇਗਾ ਆ ਰਹਿ ਗਿਆ, ਬਟੇ ਇਹ ਥੱਲੇ ਵਾਲੀ ਟਰਮ ਜਿਹੜੀ ਆ ਜਿਹਦਾ ਸਕੁਆਇਰ ਰੂਟ ਕੀਤਾ, ਇਹਦੇ ਵਿੱਚੋਂ ਓਮੇਗਾ ਸਕੁਆਇਰ ਬਾਹਰ ਕੱਢੋ ਤੇ ਇੱਥੇ 1 ਰਹਿ ਜਾਊਗਾ, ਇਹਦੇ ਥੱਲੇ ਆ ਜਾਏਗਾ। ਸਮਝ ਆ ਗਈ? ਠੀਕ ਹੈ। ਹੁਣ ਜਿਹੜਾ ਆ ਓਮੇਗਾ ਸਕੁਆਇਰ ਦਾ ਆ ਅੰਡਰ ਰੂਟ ਹੈ, ਇਹਦਾ ਵੀ ਅੰਡਰ ਰੂਟ ਹੋ ਜਾਣਾ, ਓਮੇਗਾ ਸਕੁਆਇਰ ਦਾ ਅੰਡਰ ਰੂਟ ਕੱਲਾ ਬਣ ਜਾਣਾ ਕਿੰਨਾ, ਓਮੇਗਾ, ਉਹ ਉੱਪਰ ਵਾਲੇ ਨਾਲ ਕੱਟ ਜਾਣਾ। ਕਲੀਅਰ? ਹਾਂਜੀ ਸਰ। ਹਾਂ ਹਾਂਜੀ ਸਰ। ਬਾਕੀ ਰਹਿ ਗਿਆ ਆ ਐਕਸਪ੍ਰੈਸ਼ਨ, ਠੀਕ ਹੈ, 1 ਬਟੇ ਮਿਊ ਐਪਸੀਲਨ, ਇਹ ਸਾਨੂੰ ਇੰਨਾ ਪਤਾ, ਜਿਹੜਾ ਇਹ ਕੀ ਹੁੰਦਾ ਆ, ਸੀ ਸ਼ੁਰੂ ਚ ਕੀਤਾ ਸੀ ਨਾ, ਸੀ 1 ਬਟੇ ਮਿਊ ਅੰਡਰ ਰੂਟ ਮਿਊ ਇਨਟੂ ਐਪਸੀਲਨ ਦਾ ਪ੍ਰੋਡਕਟ ਦਾ ਆ ਅੰਡਰ ਰੂਟ, ਇਹ ਸੀ ਹੁੰਦਾ, तो 1 बटे आ चीज सी ऊपर चल के थले आ रही है। हुण ओमेगा सी तो 2 पाई एफ सी बन गया, कला ओमेगा 2 पाई एफ 1, 2 पाई कट गया, ओमेगा सी ऊपर रहेगा, ओमेगा सॉरी एफ सी ऊपर रहेगा, एफ थले रहेगा। सो हुण असीं की नोट किया, फेस वेलोसिटी इन टर्म्स ऑफ वेलोसिटी ऑफ लाइट, थले की है फेस वेलोसिटी इन टर्म्स ऑफ कट ऑफ फ्रीक्वेंसी एंड फ्री स्पेस वेवलेंथ। क्लियर? हाँ जी सर। हाँ अगे चलते हैं, आ देखो, ਹੁਣ ਸਾਨੂੰ ਪਤਾ ਕਿ ਜਿਹੜੀ ਓਮੇਗਾ ਸੀ ਆ ਉਹ 2 ਪਾਈ ਐਫ ਸੀ ਹੈ ਤੇ ਓਮੇਗਾ 2 ਪਾਈ ਐਫ ਹੈ, 2 ਪਾਈ 2 ਕੱਟ ਕੇ ਆ ਚੀਜ਼ ਰਹਿ ਗਈ, ਠੀਕ ਹੈ ਨਾ। ਇੱਥੇ ਆਪਾਂ ਇਹਨੂੰ ਪੁੱਟ ਕਰਤਾ, ਇੱਥੇ ਆ 3.44 ਇੱਕ ਐਕਸਪ੍ਰੈਸ਼ਨ ਫੇਸ ਵੈਲੋਸਿਟੀ ਆ ਬਣ ਗਈ। ਫਿਰ ਵੀ ਸਾਨੂੰ ਪਤਾ ਹੈ, ਕਹਿੰਦਾ ਜੇ ਮੈਂ ਇੱਥੋਂ ਦੇਖੋ, ਉਹ ਵੀ ਸਾਨੂੰ ਪਤਾ ਵੀ ਜਿੱਦਾਂ ਹੁਣ ਲੈਮਡਾ ਦਾ ਰਿਲੇਸ਼ਨ ਜਿਹੜਾ ਆ ਉਹ ਸੀ ਇਨਟੂ ਐਫ ਹੁੰਦਾ, ਨਹੀਂ ਸੀ ਬਟੇ ਐਫ ਹੋਣਾ ਮੇਰੇ ਖਿਆਲ, ਲੈਮਡਾ ਇਜ਼ ਇਕੁਅਲ ਟੂ ਸੀ ਬਟੇ ਐਫ ਆ, ਗਲਤ ਲਿਖਿਆ,
C बटे F है, ठीक है। तो जे F करना तो C बटे लैम्डा आ गया। तो जे कट ऑफ की गल करते हैं, जे आ कट ऑफ फ्रीक्वेंसी कटे तो C बटे कट ऑफ वेवलेंथ आ गई। क्लियर? हाँ जी सर। हाँ, मान लो जे इतने F इज C बटे लैम्डा, जे पैरों से C पाता तो लैम्डा के पैरों से C छापता। कट ऑफ फ्रीक्वेंसी के अगेंस्ट कट ऑफ वेवलेंथ निकलूगी, फ्री स्पेस वेवलेंथ के अगेंस्ट आ फ्रीक्वेंसी निकलूगी, ठीक है। लैम्डा इधर फ्री स्पेस वेवलेंथ, C वेलोसिटी ऑफ लाइट है। हुण आपां की करते हैं, एस एफ सी नूं एस एफ नाल वंडता, जो एस एफ सी नाल वंडता, C ना C कट जानी, कट गई, लैम्डा बटे लैम्डा C रह गया। क्लीयर? हेलो, हाँ जी सर। कट हाँ गई। जी लेकिन सर। आ एफ सी की वैल्यू आ इधर कल्ले एफ की, एफ सी बटे एफ इनू डिवाइड करने नाल इनू करना तो थले वाले उल्ट जाएंगे, ऊपर लैम्डे थले C आ जू, C ना C कट जानी, आ चीज रह गई। इट मीनस एफ सी बटे एफ की किहदे बराबर बन गया? लैम्डा बटे लैम्डा C। क्लियर? हेलो, हाँ बच्चों। हाँ जी सर। हुण ये वैल्यू आपां उस एक्सप्रैशन च पुट कर देनी, जिथे इत्थे एफ बाई एफ सी सी, हुण एफ सी बाई एफ सी, ते इत्थे की आ लैम्डा बाई लैम्डा सी, आ पुट कर देना। क्लीयर? इदां फेस वेलोसिटी आ गई। सो फेस हाँ जी वेलोसिटी इन सर। टर्म्स ऑफ फ्री स्पेस एंड कट ऑफ वेवलेंथ, ठीक, ਜਾਂ कट ऑफ फ्रीक्वेंसी। ऊपर कट ऑफ फेस वेलोसिटी जिहड़ी आ वो इन टर्म्स ऑफ कट ऑफ फ्रीक्वेंसी आ गई, आ देखो इन टर्म्स ऑफ कट ऑफ फ्रीक्वेंसी आ गई, थले फेस वेलोसिटी इन टर्म्स ऑफ कट ऑफ वेवलेंथ आ गई। क्लियर? आ देखो, समझ आ गई? हाँ बच्चों, हाँ जी सर। हाँ समझ आ गई। हुण अगली आप टर्म डिस्कस करते हैं, ग्रुप वेलोसिटी। ग्रुप के नाम तो ही पता लगता ग्रुप एक का बनता ਜਾਂ एक तो ਵੱਧ ਦਾ ਬਣਦਾ। शाबाश, एक तो ज्यादा। हाँ एक तो ज़्यादा का बनता। ਇਹਦਾ मतलब वेव्स फिर एक चाहिए ਜਾਂ एक तो ज़्यादा? एक तो ज्यादा सर। एक तो ज़्यादा। ਇੱਕ ਤੋਂ ਜ਼ਿਆਦਾ। ਤੁਸੀਂ ਤੁਹਾਡੇ ਐਗਜ਼ਾਮਪਲ ਪੀਸੀ ਦੇ ਵਿੱਚ ਕਿਹੜੀ ਪੜ੍ਹੀ ਸੀ ਜਿਹਦੇ ਵਿੱਚ ਇੱਕ ਤੋਂ ਵੱਧ ਵੇਵਸ ਇਕੱਠੀਆਂ ਪ੍ਰੋਪੀਗੇਟ ਕਰਦੀਆਂ? ਸ਼ਾਬਾਸ਼, ਪਹਿਲੇ ਚੈਪਟਰ 'ਚ ਜਾਂ ਦੂਜੇ ਚੈਪਟਰ 'ਚ? ਆਪਾਂ ਐਗਜ਼ਾਮਪਲ ਲੈਂਦੇ ਐਂਪਲੀਟਿਊਡ ਮੋਡੂਲੇਟਡ ਸਿਗਨਲ ਦੀ, ਉਹ 'ਚ हाँ जी। ਕੈਰੀਅਰ ਵੀ ਜਾ ਰਿਹਾ ਤੇ ਮੋਡੂਲੇਟਿੰਗ ਸਿਗਨਲ ਵੀ ਜਾ ਰਿਹਾ ਨਾ ਇਕੱਠੇ। हाँ जी सर। हाँ ठीक है ना, इदा। सो ग्रुप वेलोसिटी ਨੂੰ ਆਪਾਂ ਡਿਫਾਈਨ ਕਰਨਾ। ग्रुप velocity is defined as the velocity of the envelope of a complex signal. तो complex signal, it is denoted by letter Vg, group velocity. Group velocity is of special importance in the transmission of modulator waves, pulses and transmission through waveguides. So this happens when a modulated signal travels in a waveguide. Modulation goes on slipping backward with respect to carrier. Okay. Group velocity is also giving the indication of two or more velocities propagating in a waveguide. ਹੁਣ ਆਪਾਂ ਮੰਨ ਲੈਂਦੇ ਹਾਂ ਜਿੱਦਾਂ ਇੱਥੇ ਸੇ ਲੈਮਡਾ 1 ਸੌਰੀ ਓਮੇਗਾ 1 ਐਂਡ ਓਮੇਗਾ 2, ਇਹ ਦੋ ਕਲੋਜ਼ ਐਂਗੂਲਰ ਫ੍ਰੀਕੁਐਂਸੀਜ਼ ਹੈ, ਠੀਕ ਹੈ, ਜਿਹੜੀਆਂ ਅਸੀਂ ਟਰਾਂਸਮਿਟ ਕਰ ਰਹੇ ਹਾਂ। ਔਰ ਬੀਟਾ 1 ਤੇ ਬੀਟਾ 2 ਕੀ ਆ, ਇਹਦੇ ਓਮੇਗਾ 1 ਦੇ ਕੋਰਸਪੋਂਡਿੰਗ ਬੀਟਾ 1, ਓਮੇਗਾ 2 ਦੇ ਕੋਰਸਪੋਂਡਿੰਗ ਬੀਟਾ 2, ਇਹ ਕੀ ਨੇ? ਫੇਜ਼ ਕਨਸਟੈਂਟਸ। ਪਤਾ ਲੱਗ ਗਿਆ? एक ही ने फेज कांस्टेंट। फिर आप हाँ जी ग्रुप सर। वेलोसिटी किदा कढदे हैं, जिदा ग्रुप वेलोसिटी दा उदां ही आप फेज वेलोसिटी दा कढी ओमेगा बटे बीटा, ते ग्रुप वेलोसिटी कढनी है क्योंकि इत्थे वेव्स भी दो ने, उन्हां दी एंगुलर फ्रीक्वेंसी भी दो ने अलग अलग, ते उन्हां दे फेज भी अलग अलग। पता लग गया? सो असीं आ इदां ले लैंदे हैं ग्रुप वेलोसिटी, यानी उपर उन्हां दियां वेलोसिटीज दा डिफरेंस, थल्ले उन्हां दे फेजां दा फेज कांस्टेंट्स दा डिफरेंस। क्लीयर ना? हाँ जी। हाँ जी सर। हाँ, ओमेगा 2 एक सैकंड वेलोसिटी दी सैकंड वेव दी फ्रीक्वेंसी हो गई, आ फर्स्ट दी हो गई। इदां ही सैकंड वेव दा फेस हो गया, इस सैकंड दा फर्स्ट वेव दा फेस हो गया। क्लीयर? ग्रुप दे विच जिद्दां मैं वैसे आ गल शो कीती है इनवॉल्व मॉड्यूलेटेड सिग्नल दी। तो फिर जदों ओमेगा 2 दे विचों ओमेगा 1 घटाउणा, चेंज आई। हेलो, हाँ जी सर। हाँ, तो उस चेंज ਨੂੰ ਅਸੀਂ ਆ ਦੇਖੋ ਇਦਾਂ ਲਿਖਦੇ ਹਾਂ डी ओमेगा। इदां ही फेस ਦੇ ਵਿੱਚ ਜਿਹੜੀ ਚੇਂਜ ਆਈ ਉਹਨੂੰ ਕੀ ਕਰਦੇ ਹਾਂ? डी बीटा। क्लीयर? ਜੇ ਇੰਨੇ ਐਕਸਪ੍ਰੈਸ਼ਨ ਨੂੰ ਦੇਖਿਆ ਜਾਵੇ, ਇੱਥੋਂ ਲੱਗਦਾ ਕਿ ओमेगा ਨੂੰ ਡਿਫਰੈਂਸ਼ੀਏਟ ਕੀਤਾ ਵਿਦ ਰਿਸਪੈਕਟ ਟੂ ਫੇਸ ਸ਼ਿਫਟ, ਠੀਕ ਹੈ। हेलो, हाँ जी। हाँ जी सर। हाँ,
So this thus group velocity is defined as the rate at which wave propagates through the waveguide. So ਉਹ ਰੇਟ ਨੂੰ ਡਿਸਾਈਡ ਕਰਦੀ ਗਰੁੱਪ ਵੈਲੋਸਿਟੀ ਵੀ ਜਿਸ ਵੇਵਗਾਈਡ ਦੇ ਵਿੱਚ ਜਿਹੜੀ ਵੇਵ ਆ ਉਹ ਪ੍ਰੋਪੇਗੇਟ ਕਰ ਰਹੀ ਹੈ। ਔਰ ਇੱਥੇ d ਓਮੇਗਾ ਬਟੇ d ਬੀਟਾ ਕੀ ਆ is evaluated at the carrier of the center frequency। ਠੀਕ ਹੈ, ਹੁਣ ਆਪਾਂ ਸਾਡੇ ਕੋਲ ਹੈਗਾ ਟਾਈਮ ਜੀ ਗਰੁੱਪ ਵੈਲੋਸਿਟੀ ਇਨ ਟਰਮਸ ਆਫ ਕੱਟ ਆਫ ਫ੍ਰੀਕੁਐਂਸੀ ਤੇ ਕੱਟ ਆਫ ਵੇਵਲੈਂਥ ਦੇਖਦੇ ਹਾਂ। ਠੀਕ ਹੈ, ਗਰੁੱਪ ਵੈਲੋਸਿਟੀ ਆਪਾਂ ਹੁਣੇ ਕੈਲਕੂਲੇਟ ਕਰਕੇ ਹਟੇ ਮੈਥਮੈਟਿਕਲੀ ਵੀ d ਓਮੇਗਾ ਬਟੇ d ਬੀਟਾ, ਜਾਂ ਇਹਨੂੰ ਕਹੀਏ ਵੀ ਓਮੇਗਾ ਦੀ ਡਿਫਰੈਂਸ਼ੀਏਸ਼ਨ ਹੈ ਵਿਦ ਰਿਸਪੈਕਟ ਟੂ ਬੀਟਾ। ਠੀਕ ਹੈ, ਇਹ ਇਨਫੈਕਟ ਦਿਸ ਇਜ਼ ਡਿਫਰੈਂਸ਼ੀਏਸ਼ਨ ਆਫ ਓਮੇਗਾ ਵਿਦ ਰਿਸਪੈਕਟ ਟੂ ਬੀਟਾ। ਕਲੀਅਰ ਨਾ? ਹਾਂਜੀ ਸਰ। 3.343 ਕੁਐਸਚਨ ਦੇ ਵਿੱਚ ਪਿੱਛੇ ਆਪਾਂ ਬੀਟਾ ਦੀ ਵੈਲਿਊ n ਹੀ ਕੱਢੀ ਹੈ ਨਾ। 3.43 ਕੁਐਸਚਨ ਦੇਖ ਲਓ, ਇੱਥੇ ਦੇਖ ਲਓ, ਮੈਂ ਤੁਹਾਨੂੰ ਆ ਦੇਖੋ ਆ ਕੱਢੀ ਬੀਟਾ, ਕੱਢਿਆ ਬੀਟਾ, ਸ਼ਾਬਾਸ਼। ਹਾਂਜੀ ਹਾਂਜੀ ਸਰ। ਹਾਂ, ਇਸ ਐਕਸਪ੍ਰੈਸ਼ਨ ਨੂੰ ਅਸੀਂ ਯੂਜ਼ ਕਰਨਾ ਹੁਣ ਇੱਥੇ। ਠੀਕ ਨੇ, ਠੀਕ ਹੈ, ਆ ਬੀਟਾ ਦੀ ਵੈਲਿਊ ਅਸੀਂ n ਹੀ ਕੱਢ ਲਈ। ਠੀਕ ਹੈ, ਹੁਣ ਤੁਸੀਂ ਦੇਖੋ ਉੱਪਰ ਕੀ ਕੀਤਾ ਉਹਨੇ, ਉੱਪਰ ਸੀਗਾ d ਓਮੇਗਾ ਬਟੇ d ਬੀਟਾ। ਆਪਾਂ ਕੀ ਕਰਦੇ, ਇਸ ਇਕੁਏਸ਼ਨ ਨੂੰ ਉਲਟਾ ਲਿਆ, ਇਹਦਾ ਮਤਲਬ vg ਵੀ ਉਲਟ ਗਈ, 1 ਬਟੇ vg ਰਹਿ ਗਈ। ਜਦੋਂ ਇਹਨੂੰ, ਹਾਂ ਪਤਾ ਲੱਗ ਗਿਆ ਨਾ, ਜਦੋਂ ਇਹਨੂੰ ਉਲਟਾਨੇ ਆ ਫਿਰ d ਬੀਟਾ ਉੱਪਰ ਆ ਗਿਆ, d ਓਮੇਗਾ ਥੱਲੇ ਆ ਗਿਆ। ਹੁਣ ਇੱਥੇ ਇਦਾਂ ਲੱਗਦਾ ਕਿ ਬੀਟਾ ਨੂੰ ਡਿਫਰੈਂਸ਼ੀਏਟ ਕੀਤਾ ਵਿਦ ਰਿਸਪੈਕਟ ਟੂ ਫ੍ਰੀਕੁਐਂਸੀ ਓਮੇਗਾ। ਸਮਝ ਆ ਗਈ? ਹੈਲੋ, ਹਾਂਜੀ ਸਰ। ਕਿਉਂ ਇਦਾਂ ਕੀਤਾ? ਕਿਉਂਕਿ ਆ ਜਿਹੜਾ ਬੀਟਾ ਆ ਇਹਦੇ ਵਿੱਚ ਜਿਹੜਾ ਆ ਮਿਊ ਵੀ ਕਾਂਸਟੈਂਟ ਆ, ਐਪਸਿਲੋਨ ਵੀ ਕਾਂਸਟੈਂਟ ਆ, ਪਰ ਆ ਦੋਨੋਂ ਵੇਰੀ ਕਰ ਰਹੀਆਂ। ਓਮੇਗਾ ਵੇਰੀ ਕਰ ਰਹੀ ਹੈ। ਠੀਕ ਹੈ, ਸਮਝ ਆ ਗਈ? ਇਸ ਕਰਕੇ ਡਿਫਰੈਂਸ਼ੀਏਟ ਫਿਰ ਵਿਦ ਰਿਸਪੈਕਟ ਟੂ ਓਮੇਗਾ ਕਰਾਂਗੇ, ਫਿਰ ਇਸ ਟਰਮ ਨੂੰ ਅਸੀਂ ਉਲਟਾ ਲਿਆ। ਕਲੀਅਰ? ਹੁਣ ਉਲਟਾ ਲਿਆ, ਪਹਿਲਾਂ ਸੋਲਵ ਕਰ ਲਓ, ਬਾਅਦ ਚ ਜਾ ਕੇ ਇਹਨੂੰ ਇਦਾਂ ਦਾ ਐਕਸਪ੍ਰੈਸ਼ਨ ਕੱਢਣ ਵਾਸਤੇ ਫਿਰ ਫਰਦਰ ਉਲਟਾ ਲਾਵਾਂਗੇ। तो जो असी इनू डिफरेंशिएट किया, देखो आ ਜਿਹੜਾ अंडर रूट आ ये उदा एक इन स्केयर ब्रैकेट च रखा सारे नू, ये उहदी पावर 1/2 बन गया। अंडर रूट का मतलब होंदा किसी भी नंबर की पावर 1/2 बन जानी। पता लग गया? हेलो, हाँ जी सर। हाँ हाँ, तो हुण की कीता, ये एक एक्सप्रैशन बन गया डिफरेंशिएशन का। जिदा असी ये कहिए भी एन एक्सप्रैशन विद रिस्पैक्ट टू ओमेगा डिफरेंशिएट करना, तो ये ओमेगा समझो। जिदा असी कहने भी एक्स की एन नू डिफरेंशिएट करना विद रिस्पैक्ट टू एक्स, कहने ना, मतलब एक्स की एन नू दे मोहरे dy/dx लगता, इसका मतलब असी उपर वाले एक्स नू विद रिस्पैक्ट टू एक्स ने डिफरेंशिएट किया, तो वो की होंदा जिहड़ा एन अगे आ जाना, एक्स की पावर n-1 बन जानी। ठीक है, तो आ देखो इदा ही वो आ जी अंदर वाली जी टर्म है वो एक्स आ, आप पावर आ गई, ये हम जो डिफरेंशिएट करना ये अगे आ गई, फिर वही यदी पावर ये 1 घटा देना, वो -1 आ गया। क्लीयर? समझ आ गई? हेलो, हाँ जी सर। मैथमेटिकली है नाल जी हुण विच वाली टर्म है उन्होंने फिर डिफरेंशिएट करना, उन्होंने फिर उहदे विच जिहड़ी आ इन्हां ओमेगा नाल बिलोंग करदी आ उन्होंने असीं डिफरेंशिएट करना। क्लीयर? म्यू एप्सिलॉन अगे बाहर कढ लिया। ठीक है? हाँ जी सर। हाँ जी सर। हाँ, हुण की कीता, हुण की कीता असीं की कीता, देखो आ तां विदाउट डिफरेंशिएशन है, म्यू एप्सिलॉन भी विदाउट डिफरेंशिएशन इन्ने आ गया। आ टर्म डिफरेंशिएट कर रही है क्योंकि इत्थे विद रिस्पेक्ट टू ओमेगा तो आही होना। ठीक है, 2 अगे आ जाना, 2 ओमेगा आ गया इनटू ओमेगा का फिर डिफरेंशिएशन विद रिस्पेक्ट टू ओमेगा वो 1 बन जाना, क्योंकि आ कॉन्स्टेंट एंगुलर वेलोसिटी है, इसकी वैल्यू है नहीं कि इस करके विद रिस्पेक्ट ये 0 हो जानी, तो कल इन एक्सप्रैशन आ गया। क्लीयर? हाँ बोलो। हाँ जी सर। हाँ, सो ठीक है ना। हुण जिहड़ी आ किसी की पावर 1/2 होवे उहदा इहदा मतलब अंडर रूट हुंदा, जे -1/2 होवे फिर 1 बटे उहदा अंडर रूट हुंदा, तो इहनूं असीं इदां लिख लिया। ठीक, ऐसे एक्सप्रैशन नूं असीं इहदे नीचे लिख लिया। हुण क्योंकि ऊपर डी बीटा विद रिस्पेक्ट टू डी ओमेगा सी, तो आ एक्सप्रैशन बन गया साडा 1/2
1/, आ देखो ये ऊपर 1/2 का मतलब अंडर रूट है, तो फिर ਇਹਦਾ अंडर रूट बन गया इनटू अंदर वाले चरण का अंडर रूट बन गया, आ नाल होता लिखते प्रोडक्ट। ठीक है, ਹੁਣ ਤੁਸੀਂ ਨੋਟ ਕਰੋ, ਦੇਖੋ ਇਹ ਯੈਸ ਆ 2 ਇਹਨਾਂ ਕੱਟ ਗਿਆ 2 ਨਾਲ, ਠੀਕ ਹੈ, ਮਿਊ ਐਪਸਲਨ ਓਮੇਗਾ ਇਹਨਾਂ ਕੱਟ ਗਿਆ। ਹੁਣ ਇੱਥੇ ਲਿਖਿਆ ਹੋਣਾ ਮਿਊ ਈ ਆ, ਮਿਊ ਐਪਸਲਨ ਆ, ਤੇ ਇੱਥੇ ਉਹਦੀ ਪਾਵਰ ਹਾਫ ਹੈ, ਹਾਫ ਹੈ, ਇਹ ਉੱਪਰ ਜਾ ਕੇ ਪਾਵਰ ਜਿਹੜੀ ਘਟ ਜਾਣੀ, ਉਹਦੀ ਪਾਵਰ 1 ਹੈ, ਇਹਦੀ ਪਾਵਰ ਹਾਫ ਹੈ। ਕਲੀਅਰ ਆ? ਜਦੋਂ ਅਸੀਂ ਕੈਲਕੂਲੇਟ ਕਰਨਾ ਫਿਰ ਉੱਪਰ ਹਾਂਜੀ, ਵਾਲਾ ਹਾਂਜੀ। ਅੰਡਰ ਬਣ ਜਾਣਾ, ਆ ਦੇਖ ਬਣ ਗਿਆ ਨਾ, ਠੀਕ ਹਾਂਜੀ ਹੈ। हाँ, दोनों तो कट गया, कला ओमेगा रह गया, थले वाला एक्सप्रैशन नाल लिखता ओमेगा स्क्वायर माइनस ओमेगा सी दा होल स्क्वायर दा होल अंडर, ठीक, ये नाल लिखता। हुण असी की कीता, थले वाली टर्म दे विचों नैक्सट ओमेगा स्क्वायर कॉमन कढ लिया ते ओमेगा से, हुण जदों इहनूं मतलब आपां सॉल्व करना, ओमेगा स्क्वायर दा अंडर रूट कला ओमेगा रहेगा, वो ऊपर वाले ना कट जाना, ऊपर वाली टर्म ना वो कट जाना, समझ आ गई? आ देखो आ ओमेगा ਹਾਂਜੀ ਹਾਂਜੀ है, ਸਰ। तो म्यू एप्सिलॉन है, ठीक है, थले ए एक्सप्रेशन आ गया, ठीक, ठीक है बच्चों। हुण ओमेगा सी की जगह एफ सी ते ओमेगा की जगह कला एफ, आपां अपनी सिंपलिसिटी वास्ते इदां नूं करदे, पर तुसीं देखो नोट करो ऊपर वी जी कितना दिता सी, वी जी कितना दिता सी, है ना, वी जी ग्रुप वेलोसिटी, वो आपां ਇਹਨੂੰ ਐਸ ਐਕਸਪ੍ਰੈਸ਼ਨ ਨੂੰ ਉਲਟਾਤਾ ਸੀ, ਕਿਉਂਕਿ ਵਿਦ ਰਿਸਪੈਕਟ ਟੂ ਬੀਟ ਓਮੇਗਾ ਅਸੀਂ ਡਿਫਰੈਂਸ਼ੀਏਟ ਕੀਤਾ, ਠੀਕ ਆ, ਪਰ ਸਾਡਾ ਜਿਹੜਾ ਵੀਜੀ ਹੈ ਉਹ ਤਾਂ ਹੁੰਦਾ ਡੀ ਓਮੇਗਾ ਵਟ ਡੀ ਬੀਟਾ, ਇਦਾਂ ਥੋੜੀ ਹੁੰਦਾ, ਇਹ ਉਲਟ ਹੋ ਗਿਆ ਨਾ। ਫਿਰ ਜਦੋਂ ਆ ਵੀਜੀ ਕੱਢਣੀ ਹੈ ਤੇ ਆ ਪੂਰੇ ਐਕਸਪ੍ਰੈਸ਼ਨ ਨੂੰ ਉਲਟਾ ਦਿਓ, ਆ ਉੱਪਰ ਚੱਲ ਜਾਣੀ, ਇਹ ਥੱਲੇ ਆ ਜਾਣੀ, ਕਲੀਅਰ? ਹਾਂਜੀ ਹਾਂਜੀ ਸਰ। ਹਾਂ ਪਤਾ, ਹਾਂਜੀ ਸਰ। ਹਾਂ ਠੀਕ ਹੈ। ਸੋ ਬਸ ਇਹ ਆ ਗਈ ਸਾਡੀ एफ सी बटे एफ की वैल्यू इन्नी आ 1 बटे म्यू एप्सिलॉन नॉट, ठीक है, ये बन जानी सी, ते बस आ एक्सप्रैशन असीं कढ लिया, क्लीयर ना? ये ग्रुप वेलोसिटी का। हुण इसे ग्रुप वेलोसिटी इन टर्म्स ऑफ कट ऑफ वेवलेंथ देखते किदां, ठीक है, कट ऑफ वेवलेंथ भी सानूं पता लैम्डा आ जिहड़ी एफ सी बटे एफ है वो लैम्डा बटे लैम्डा सी, ते उसी जगह इहनूं पुट कर दो, तो आ ग्रुप वेलोसिटी इन टर्म्स ऑफ कट ऑफ फ्री वेवलेंथ एंड फ्री स्पेस वेवलेंथ आ गई, ठीक है बच्चों। फिर कला रिलेशनशिप फेज वेलोसिटी ते ग्रुप वेलोसिटी विच की आ, आपां इन्हां नूं दोनों नूं गुणा कर दिंदे हां, जिहड़े भी रिजल्ट आए, फेज वेलोसिटी दा पहला आया ते ग्रुप वेलोसिटी दा दूजा आया, सी ना सी कट गई, नहीं सी ना सी स्क्वायर हो गया, कट गया, सॉरी जिहड़े स्क्वायर ब्रैकेटेड आ, इथों कल्ली सी कढनी ते इहदा अंडर रूट ला, समझ आ गई? इट मीनस वेलोसिटी ऑफ लाइट का जिहड़ा होल स्क्वायर है वो वेलोसिटी ऑफ प्रोपिगेशन इनटू वेलोसिटी ऑफ गाइड, उन्हां दोनों वेलोसिटी के प्रोडक्ट के बराबर है जिहड़ा वेलोसिटी ऑफ लाइट का स्क्वायर है, ठीक है बेटे। इत्थे गामा बीटा वीपी वीजी अल्फा जी उन्हां सारिਆਂ ਦਾ ਉਹੀ मतलब है जिहड़ा टीएम वेव ਦੇ ਵਿੱਚ ਹੈ ਅਸੀਂ यूज ਕੀਤਾ, ठीक है। प्रोपिगेशन ਹਾਂਜੀ ਸਰ। कांस्टेंट जिहड़ा है वो सानू पता इन्ना हुंदा, पहला आपां कीता सी शुरू च, और प्रोपिगेशन कांस्टेंट की वैल्यू ये भी कड्ढी सी, प्रोपिगेशन कांस्टेंट 2 पॉइंट नेटवर्क विच अल्फा प्लस जे बीटा भी हुंदा, पर बीटा असीं आ कढ के हटे हां, पहला कीता ना, बीटा असीं कढ के हटे, फिर की कीता, हुण फेस वेलोसिटी जिहड़ी आ वो भी सी बटे आ एक्सप्रैशन असीं कीता, हुणे करके हटे, ठीक है। आ सारे एक्सप्रैशन वैसे तुहाडी रिमाइंडिंग वास्ते लिखदे, बीटा कितना कढ़ना, फेस वेलोसिटी कितना कढ़नी, ग्रुप वेलोसिटी कितना कढ़नी, पता लग गया? सौखा ही है, कोई बहुता घबराने वाली गल नहीं, ठीक है बच्चों। तो ਹਾਂਜੀ ਹਾਂਜੀ ਸਰ। गाइड वेवलेंथ काट ली, दरवाजा ਹਾਂਜੀ सर। गाइड वेवलेंथ काट ली इन टर्म्स ऑफ फ्री स्पेस वेवलेंथ एंड कट ऑफ वेवलेंथ, ठीक है। अगे बच्चों हैगी है करैक्टरिस्टिक वेव इंपीडेंस ऑफ द वेवगाइड, ठीक है। सुनील पानी गर्म लिया नीचे नीचे, ठीक है। करैक्टरिस्टिक वेव इंपीडेंस या सिंपली वेव इंपीडेंस इज डिफाइंड एज द रेशियो ऑफ इलैक्ट्रिक फील्ड कंपोनेंट टू द मैग्नेटिक फील्ड कंपोनेंट, जिदा इंपीडेंस जिदा रेजिस्टेंस है वोल्टेज बड़े करंट होंदी आ, जे डीसी की गल करिए
ਜੇ ਏਸੀ ਦੀ ਗੱਲ ਕਰੀਏ ਤਾਂ ਫਿਰ ਉੱਥੇ ਇੰਪੀਡੈਂਸ ਆ ਗਈ, ਉਹ ਵੀ ਵੋਲਟੇਜ ਬਟੇ ਕਰੰਟ ਹੁੰਦੀ, ਆਰਐਮਐਸ ਵੈਲਿਊ ਜਿਹੜੀ ਵੋਲਟੇਜ ਦੀ ਬਟੇ ਕਰੰਟ ਹੋਇਆ। ਤੇ ਜਦੋਂ ਹਾਈ ਫ੍ਰੀਕੁਐਂਸੀ ਤੇ ਜਿਹੜੀ ਵੋਲਟੇਜ ਕੀ ਇਲੈਕਟ੍ਰਿਕ ਫੀਲਡ ਬਣ ਜਾਂਦੀ ਤੇ ਕਰੰਟ ਮੈਗਨੈਟਿਕ ਫੀਲਡ ਬਣ ਜਾਂਦਾ। ਫਿਰ ਅਸੀਂ ਇਹ ਵੇਵ ਇੰਪੀਡੈਂਸ ਦੀ ਗੱਲ ਕਿੱਦਾਂ ਕਰਾਂਗੇ, ਇਹ ਵੀ ਫਿਰ ਇਲੈਕਟ੍ਰਿਕ ਫੀਲਡ ਕੰਪੋਨੈਂਟ ਤੇ ਬਟੇ ਮੈਗਨੈਟਿਕ ਫੀਲਡ ਕੰਪੋਨੈਂਟ, ਇਹ ਵੋਲਟੇਜ ਕਰਕੇ ਇਹ ਕਰੰਟ ਕਰਕੇ, ਉਹਨਾਂ ਦੋਨਾਂ ਦੀ ਜਿਹੜੀ ਰੇਸ਼ੋ ਆ ਸੇਮ ਪੁਆਇੰਟ ਤੇ ਸੇਮ ਵੇਵ ਦੇ ਵਿੱਚ ਅਸੀਂ ਉਹਨੂੰ ZM ਨਾਲ ਡਿਨੋਟ ਕਰਦੇ ਹਾਂ। ਜਿਵੇਂ ਇਲੈਕਟ੍ਰੀਕਲ ਸਰਕਟ ਦੇ ਵੀ V Z * I ਹੋ ਗਿਆ, ਤੇ ਸਿਮਿਲਰ ਵੇ ਦੇ ਵਿੱਚ ਜਿਹੜੇ ਇਲੈਕਟ੍ਰੋਮੈਗਨੈਟਿਕ ਵੇਵਸ ਆ, V ਤੋਂ ਇਲੈਕਟ੍ਰਿਕ ਫੀਲਡ ਬਣ ਗਿਆ, Z ਤੋਂ Z0 ਬਣ ਗਿਆ, I ਤੋਂ ਮੈਗਨੈਟਿਕ ਫੀਲਡ ਬਣ ਗਿਆ। ਪਤਾ ਲੱਗ ਗਿਆ? ਹੈਲੋ, ਹਾਂਜੀ ਸਰ। ਹਾਂ, ਇੱਥੇ ਜਿਹੜੀ E ਆ ਉਹ ਆਰਐਮਐਸ ਵੈਲਿਊ ਇਲੈਕਟ੍ਰਿਕ ਫੀਲਡ ਸਟਰੈਂਥ ਇਨ ਇੰਟੈਂਸਿਟੀ ਵੋਲਟ ਪਰ ਮੀਟਰ ਸੈਕਿੰਡ ਤੇ ਪਰ ਮੀਟਰ, ਤੇ H ਜਿਹੜੀ ਆ ਉਹ ਆਰਐਮਐਸ ਵੈਲਿਊ ਆ ਮੈਗਨੈਟਿਕ ਫੀਲਡ ਸਟਰੈਂਥ ਦੀ, ਜਾਂ ਅਸੀਂ ਉਹਨੂੰ ਇੰਟੈਂਸਿਟੀ ਕਹਿੰਦੇ ਆ ਐਂਪੀਅਰ ਪਰ ਮੀਟਰ। Z0 ਜਿਹੜੀ ਕਰੈਕਟਰਿਸਟਿਕ ਇੰਪੀਡੈਂਸ ਹੈ ਮੀਡੀਅਮ ਜਾਂ ਫ੍ਰੀ ਸਪੇਸ ਦੀ ਇਨ ਓਮ, ਔਰ ਫ੍ਰੀ ਸਪੇਸ ਦੀ ਵੀ ਆਪਣੀ ਇੰਪੀਡੈਂਸ ਹੈ, ਔਰ ਮੈਂ ਦੱਸਾਂ ਉਹ ਕੈਲਕੂਲੇਟ ਕੀਤੀ ਆ। ਕਰੈਕਟਰਿਸਟਿਕ ਇੰਪੀਡੈਂਸ ਆਫ ਫ੍ਰੀ ਸਪੇਸ ਮੀਡੀਅਮ ਅਸੀਂ ਉਹਨੂੰ ਐਦਾਂ ਕੈਲਕੂਲੇਟ ਕਰਦੇ ਹਾਂ, ਆ ਦੇਖੋ, ਹੋਲ ਅੰਡਰ ਰੂਟ ਮਿਊ ਬਟੇ ਐਪਸਿਲਨ, ਠੀਕ ਹੈ। ਤੇ ਮਿਊ ਜਿਹੜਾ ਮਿਊ ਪਰਮੇਬਿਲਿਟੀ ਆਫ ਦੀ ਮੀਡੀਅਮ ਹੈ, ਤੇ ਐਪਸਿਲਨ ਜਿਹੜਾ ਇਲੈਕਟ੍ਰਿਕ ਪਰਮਿਟਿਵਿਟੀ ਆਫ ਦੀ ਮੀਡੀਅਮ ਹੈ। ਆਪਾਂ ਜਦੋਂ ਕੈਲਕੂਲੇਟ ਕਰਨਾ ਮਿਊ, ਆ ਦੇਖੋ ਮਿਊ ਦੀ ਵੈਲਿਊ ਇੰਨੀ ਹੈ 4 ਪਾਈ × 10⁻⁷ ਜਾਂ 1.257 × 10⁻⁶ ਹੈਨਰੀ ਪਰ ਮੀਟਰ। ਇਦਾਂ ਹੀ ਜਿਹੜੀ ਪਰਮਿਟਿਵਿਟੀ ਆ ਉਹ ਬਣਦੀ ਆ 10⁻⁶ ਬੜੇ 36 ਪਾਈ, ਜਾਂ ਇਹਨੂੰ ਬੋਲਦੇ ਆ, ਇਹਨੂੰ ਕੈਲਕੂਲੇਟ 8.854 × 10⁻12 ਫੈਰਡ ਪਰ ਮੀਟਰ। ਤੋ ਇੱਥੇ ਇਹਨਾਂ ਦੋਨਾਂ ਦੀ ਵੈਲਿਊ ਪੁੱਟ ਕਰਦੀ ਆ, ਜਦੋਂ ਪੁੱਟ ਕਰਦੀ ਹੈ 377 ਓਮ ਆ ਗਿਆ। ਇਹ ਸਟੈਂਡਰਡ ਹੈ, ਜਾਂ ਇਹਨੂੰ 120 ਪਾਈ ਬੋਲਦੇ ਆ। ਸੋ ਇਹ ਕਰੈਕਟਰਿਸਟਿਕ ਇੰਪੀਡੈਂਸ ਹੈ ਕਿਹਦੀ, ਸਪੇਸ 'ਚ ਫ੍ਰੀ ਸਪੇਸ ਵੇਵ ਦੀ ਕਰੈਕਟਰਿਸਟਿਕ ਇੰਪੀਡੈਂਸ ਇਹ ਹੈਗੀ। ਕਲੀਅਰ ਹੋ ਗਈ ਗੱਲ? ਹੈਲੋ, ਹਾਂਜੀ ਸਰ। ਹਾਂ, ਸੋ ਹਾਂ, ਕਹਿੰਦਾ ਫॉर अ TM wave the wave impedance same as the intrinsic impedance, the opposite value the characteristic impedance also called intrinsic impedance। ਸੋ ਅੱਜ ਦੇ ਇੰਨਾ ਹੀ ਕਾਫੀ ਹੈ, ਕਿਉਂਕਿ ਤੁਹਾਡੇ ਪੇਜ ਪੂਰੇ ਹੋ ਗਏ, ਇਸ ਲਈ ਤਾਂ ਨੈਕਸਟ ਟਾਈਮ ਆਪਾਂ ਇਸ ਤੋਂ ਅੱਗੇ ਚੱਲਾਂਗੇ। ਕਲੀਅਰ? ਹਾਂਜੀ ਹਾਂਜੀ ਸਰ। ਹਾਂਜੀ ਸਰ। ਡਾਊਟ, ਕੋਈ ਪੁਆਇੰਟ, ਕੋਈ ਪੁੱਛਣਾ, ਬੋਲੋ। क्लियर है सारा क्वेश्चन? ਹਾਂਜੀ ਹਾਂਜੀ। फिर चलो स्टॉप करो, आप स्क्रीनशॉट लो। हाँ बच्चों, हाँ जी सर, एक मिनट। हाँ हाँ जी सर, ले ले सबसे। ले लिया? हाँ जी सर। ओके, गोइंग टू स्टॉप। गुड डे। ओके सर, थैंक यू।